ਖੇਤਰ ਪਾਲ ਸਰਕਾਰ ਦਾ, ਜਪ ਲੈ ਤੂੰ ਨਾਮ ਖੇਤਰ ਪਾਲ ਸਰਕਾਰ ਦਾ, ਲੱਗ ਜਾ ਤੂੰ ਲੜ ਬਾਬਾ ਜਗ। जय माँ कालका, जय बाबा खेत्रपाल जी। मैं अतुल देवगन श्री माँ कालका बाबा खेत्रपाल जी सेवा समिति दिल्ली दरबार तो अज तुहाडे नाल सांझी कर लगा है बाबा खेत्रपाल जी की मदाह। ये मदाह इन्नी शक्तिशाली मदाह है कि मतलब है ला लो हत्थां ते सरो जमान वाला काम स्वयं बाबा जी खुद प्रकट हो जाते हैं। एक हिसाब नाल इस तरह का ला लो, इन्नी ज़्यादा शक्ति है इस मदाह दे विच। इनू बाबा जी की मदाह कह लो या आम भाषा दे विच तुसीं इनू अरदास कह लो या वंदना कह लो। कोई भी ऐसा अटके हुए काम, क्यों जो भी अटके हुए काम अड़चना दुनिया भर दियां बेशक आ रही हैं, या तुहाडे को कोई भी भुल भटक हो रही है, या किसी भी कोई भी गलतियां तुहाडे को पिछे जो भी हो गया है, वो सारियां गलतियां नूं पिछे छड्ड के तुसीं बाबा जी दी ये मदाह मात्र 21 दिन तक, सिर्फ 21 दिन पहला करके वेखो। वैसे तो मैं तुहानूं 21 दिन का क्यों कह रहा, एक प्रैक्टिकली तुहानूं मैं एक साइंटिफिकली एक गल दस रहा। 21-90 का एक रूल हुंदा है साइंस दे विच। 21-90 का रूल हुंदा, उहदा मतलब की है कि कोई भी चीज़ नूं जदों तुसीं 21 दिन तक करदे जे, वो तुहाडी जिंदगी दे विच उतर जांदी है। वो तुहाडी जिंदगी दे विच इस तरह उतर जाती है कि तुहानूं ना वो आदत बन लग्या मात्र 90 दिन लगदे आ। उस तो बाद 21 दिन तुहानूं जो लगातार तुसीं वो चीज़ नूं करदे जे ना, फिर ਉਹਨੂੰ ਤੁਸੀਂ ਉਹੀ ਚੀਜ਼ ਨੂੰ ਜਦੋਂ ਰਿਪੀਟ ਕਰਦੇ ਜੇ ਲਗਾਤਾਰ 90 ਦਿਨ ਤੱਕ, ਜਦੋਂ ਤੁਸੀਂ ਉਹਨੂੰ ਰਿਪੀਟ ਕਰਦੇ ਜੇ, ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਆ। ਤੁਸੀਂ ਵੇਖਿਆ ਹੋਏ ਜੇ, ਤੁਹਾਨੂੰ ਮੈਂ ਇੱਕ ਉਦਾਹਰਨ ਦੇ ਨਾਲ ਗੱਲ ਕਰਾਂ। ਕੋਈ ਨਸ਼ਾ ਕਰਨ ਵਾਲਾ, ਕੋਈ ਬੀੜੀ ਸਿਗਰਟ ਪੀਣ ਵਾਲਾ ਇਨਸਾਨ, ਜੇ ਕੋਈ ਬੀੜੀ ਸਿਗਰਟ ਪੀਣ ਵਾਲਾ ਇਨਸਾਨ, ਕੋਈ ਨਸ਼ਾ ਕਰਨ ਵਾਲਾ ਇਨਸਾਨ, ਜੇ ਉਹ 21 ਦਿਨ ਤੱਕ ਜਾਂ 20-21 ਦਿਨ ਲਗਾਤਾਰ ਜੇ ਉਹ ਬੀੜੀ ਸਿਗਰਟ ਪੀਣ ਲੱਗ ਪੈਂਦਾ ਹੈ, ਤਾਂ ਤੁਸੀਂ ਵੇਖੋਗੇ ਕਿ ਉਹਨੂੰ ਪਤਾ ਵੀ ਨਹੀਂ ਲੱਗਦਾ। ਉਹ ਵੇਖਦੇ ਹੀ ਵੇਖਦੇ ਉਹਦੀ ਜ਼ਿੰਦਗੀ ਦਾ ਨਾ, ਉਹਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੀ ਹੈ, ਉਹ ਆਦਤ ਬਣ ਜਾਂਦੀ ਆ। ਉਹ ਲਗਭਗ 3 ਮਹੀਨੇ ਦੇ ਵਿੱਚ, 90 ਦਿਨ ਦੇ ਵਿੱਚ ਉਹ ਆਦਤ ਬਣ ਜਾਂਦੀ ਹੈ। ਔਰ ਉਹ ਆਦਤ ਬਣ ਜਾਂਦੀ ਹੈ, ਔਰ ਉਹਨੂੰ ਬਾਅਦ 'ਚ ਉਹ ਸਾਰੀ ਜ਼ਿੰਦਗੀ ਛੁੱਟਣਾ ਮੁਸ਼ਕਲ ਹੋ ਜਾਂਦੀ ਹੈ। ਔਰ ਉਹੀ ਚੀਜ਼ ਜੇ ਉਹਨੂੰ ਛੁਡਵਾਉਣੀ ਹੋਵੇ, ਜਦੋਂ ਉਹਨੂੰ ਛੁਡਵਾਉਣੀ ਹੋਵੇ, ਤੇ ਉਹਨੂੰ ਕੀ ਕਹਿੰਦੇ ਆ, ਉਹਨੂੰ ਲਗਭਗ ਉਹਨੂੰ 21 ਦਿਨ ਤੱਕ ਉਹਨੂੰ ਕਹਿ ਦਿਓ ਕਿ ਤੁਸੀਂ 21 ਦਿਨ ਤੱਕ ਸ਼ਰਾਬ ਨਹੀਂ ਪੀਣੀ, ਜਾਂ 21 ਦਿਨ ਤੱਕ ਤੁਸੀਂ ਬੀੜੀ ਸਿਗਰਟ ਪੀਣੀ। ਬੇਸ਼ੱਕ ਉਹਨੂੰ ਤਕਲੀਫ ਹੋਏਗੀ, ਉਹਨੂੰ ਦਿੱਕਤ ਪਰੇਸ਼ਾਨੀਆਂ ਹੁੰਦੀਆਂ ਲੋਕਾਂ ਨੂੰ, ਫਿਰ ਲੇਕਿਨ ਉਹ ਜਦੋਂ ਛੁੱਟਦੀ ਹੈ ਨਾ, ਔਰ ਉਹੋ ਜਿਹੀ ਚੀਜ਼ ਨੂੰ, ਉਹ ਨਿਯਮ ਨੂੰ ਜੇ ਉਹ 90 ਦਿਨ ਤੱਕ ਫਿਰ ਕਰ ਲੈਂਦਾ। 21 ਦਿਨ ਤਾਂ ਮੁਸ਼ਕਲ ਹੁੰਦੀ ਹੈ, ਉਸ ਤੋਂ ਬਾਅਦ ਉਹਨੂੰ ਮੁਸ਼ਕਲ ਨਹੀਂ ਹੁੰਦੀ। ਫਿਰ ਉਹਨੂੰ ਬਸ ਉਹਦੇ ਵਿੱਚ ਉਹ ਥੋੜ੍ਹਾ ਜਿਹਾ ਅੰਤਰਾਲ ਪਾਉਣਾ ਪੈਂਦਾ 90 ਦਿਨ ਤੱਕ, ਕਿ ਉਹ ਆਦਤ ਨੂੰ ਕੰਟੀਨਿਊ ਕਰਨਾ ਪੈਂਦਾ। ਉਹਨੂੰ ਆਦਤ ਨੂੰ ਲਗਾਤਾਰ ਉਹ ਚੱਲਦੀ ਰਵੇ, ਉਹਨੂੰ ਇਸ ਤਰ੍ਹਾਂ ਰੱਖਣਾ ਪੈਂਦਾ ਹੈ। ਉਹ ਸਿਰਫ ਉਹਨੂੰ 90 ਦਿਨ ਤੱਕ, ਔਰ ਤੁਸੀਂ ਯਕੀਨ ਮੰਨੋ 90 ਦਿਨ ਤੱਕ, 90 ਦਿਨ ਤੋਂ ਬਾਅਦ ਉਸ ਇਨਸਾਨ ਦਾ ਇਹੋ ਜਿਹੀਆਂ ਚੀਜ਼ਾਂ ਦੇ ਵੱਲ ਮੂੰਹ ਕਰਨ ਦਾ ਦਿਲ ਨਹੀਂ ਕਰਦਾ। ਇਹੋ ਹੀ ਸੇਮ ਚੀਜ਼ ਇਹ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਜੇ ਆਹ ਵਾਲੀ ਜਿਹੜੀ ਮੈਂ ਤੁਹਾਨੂੰ ਮਦਾਹ ਦੱਸਣ ਜਾ ਰਿਹਾ ਨਾ, ਇਹ ਮਦਾਹ ਬਾਬਾ ਜੀ ਦੀ ਇੰਨੀ ਜ਼ਿਆਦਾ ਪਾਵਰਫੁੱਲ ਹੈ, ਇੰਨੀ ਜ਼ਿਆਦਾ ਸ਼ਕਤੀਸ਼ਾਲੀ ਹੈ। ਬਾਬਾ ਜੀ ਸਵਯੰ ਸਾਹਮਣੇ ਆ ਕੇ ਤੁਹਾਡੇ ਸਾਰੇ ਕੰਮ ਕਰ ਦਿੰਦੇ ਨੇ, ਖੁਦ ਪ੍ਰਾਕ੍ਰਿਤਿਕ ਰੂਪ ਨਾਲ ਤੁਹਾਡੇ ਸਾਰੇ ਰਸਤੇ ਐਸੇ ਬਣਾ ਦਿੰਦੇ ਨੇ। ਤੁਹਾਡੇ ਅੰਦਰ ਬੁੱਧੀ, ਤੁਹਾਡੀ ਮਨ ਬੁੱਧੀ ਚੇਤਨਾ ਐਸੀ ਕਰ ਦਿੰਦੇ ਨੇ, ਤੁਹਾਡਾ ਦਿਮਾਗ ਇਸ ਤਰ੍ਹਾਂ ਦਾ ਕਰਦੇ ਨੇ, ਤੁਹਾਡੇ ਰਸਤੇ ਜਿਹੜੇ ਆ ਨਾ ਆਪਣੇ ਆਪ ਬਣਦੇ ਜਾਂਦੇ ਆ। ਤੁਹਾਨੂੰ ਲੋਕ ਐਸੇ ਮਿਲਦੇ ਜਾਂਦੇ ਆ ਅੱਗੋਂ ਦੀ ਜਿਹੜੇ ਤੁਹਾਡੇ ਕੰਮ ਖੁਦ ਕਰਦੇ ਨੇ। ਤੁਹਾਨੂੰ ਉੱਥੇ ਮਿਹਨਤ ਮਸ਼ੱਕਤ ਇਸ ਤਰ੍ਹਾਂ ਨਹੀਂ ਕਰਨੀ ਪੈਂਦੀ। ਨਹੀਂ ਤੇ ਜਿਸ ਤਰ੍ਹਾਂ ਬਾਕੀ ਨੋਰਮਲੀ ਤੁਸੀਂ ਜਿਹੜੇ ਸਾਰੇ ਕੰਮ ਕਰਦੇ ਜੇ ਨਾ, ਤੁਸੀਂ ਆਪ ਵੇਖਦੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰਦੇ ਜੇ, ਉਹ ਕੰਮ 'ਚ ਜਾਂ ਤੇ ਅੜਚਨ ਆ ਜਾਂਦੀ ਆ, ਜਾਂ ਕਰਦੇ ਜਾਂ ਘੀਂਗੇ ਪੈ ਜਾਂਦਾ, ਜਾਂ ਕੰਮ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਮਤਲਬ ਬਿਲਕੁਲ ਲਾਸਟ ਤੇ ਆ ਗਏ ਨਾ, ਅੰਤ ਤੇ ਆ ਕੇ ਕੰਮ ਖਰਾਬ ਹੋ ਜਾਂਦਾ। ਜਾਂ ਕੋਈ ਐਸੇ ਲੋਕ ਆ ਜਾਂਦੇ ਆ, ਜਾਂ ਵਿੱਚ ਵੰਝ ਮਾਰ ਦਿੰਦੇ ਨੇ, ਜਾਂ ਕੋਈ ਕੰਮ ਜਿਹੜਾ ਬਣਦਾ ਬਿਲਕੁਲ ਵਿਗੜ ਜਾਂਦਾ। ਜਾਂ ਕੋਈ ਨੌਕਰੀ ਪੇਸ਼ੇ ਵਾਸਤੇ, ਜਾਂ ਕਿਤੇ ਵੀ ਤੁਸੀਂ ਜੇ ਤੁਹਾਡਾ ਆਪਣਾ ਕੰਮ ਹੈ, ਕੋਈ ਕਾਰੋਬਾਰ ਕਰ ਰਹੇ ਜੇ, ਉਹ 2 ਮਹੀਨੇ 4 ਮਹੀਨੇ 6 ਮਹੀਨੇ ਤੇ ਚੱਲਦਾ ਹੈ। ਉਸ ਤੋਂ ਬਾਅਦ ਜਾਂ ਤੇ ਕੋਈ ਕਿਸੇ ਦਾ ਕੀਤਾ ਕਰਾਇਆ ਜਾਂ ਤੁਹਾਡੇ ਤੇ ਅਸਰ ਕਰਦਾ ਹੈ, ਜਾਂ ਕੋਈ ਵੀ ਜੇ ਮੰਨ ਲਓ ਕੋਈ ਤੁਹਾਡੇ ਤੇ ਕੋਈ ਜਾਦੂ ਟੋਟ ਕੇ, ਕਿਉਂਕਿ ਲੋਕ ਹੁੰਦੇ ਨੇ ਵੇਖੋ ਜਿਹੜੇ ਦੁਨੀਆ ਦੇ ਵਿੱਚ ਨਾ, ਹਰ ਤਰ੍ਹਾਂ ਦੇ ਦੁਨੀਆ ਬੜੇ ਰੰਗਾਂ ਦੀ ਹੈ। ਦੁਨੀਆ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ। ਇਹ ਦੁਨੀਆ ਕੋਈ ਲੋਕ ਕੋਈ ਤੁਹਾਡੇ ਕੋਲ ਜੇ ਮੰਨ ਲਓ ਕੋਈ ਈਰਸ਼ਾ ਕਰਦਾ ਹੈ, ਕੋਈ ਤੁਹਾਡੇ ਤੋਂ ਜਲਦਾ ਹੈ, ਤੇ ਉਹ ਤੁਹਾਡੇ ਬਾਰੇ ਕੁਝ ਜਾਂ ਤੇ ਕੁਝ ਐਸਾ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹਦੇ ਨਾਲ ਤੁਹਾਡਾ ਕੰਮ ਖਰਾਬ ਹੋ ਜੇ। ਭਾਵੇਂ ਉਹ ਸੁਪਰ ਨੈਚੁਰਲ ਪਾਵਰ ਨੂੰ ਯੂਜ਼ ਕਰਦਾ ਹੈ, ਜਿਹੜੀਆਂ ਐਸੀਆਂ ਸ਼ਕਤੀਆਂ ਨੂੰ ਦੇਵੀ ਦੇਵਤਿਆਂ ਅੱਗੇ ਤੁਹਾਡੇ ਵਾਸਤੇ ਹੱਥ ਜੋੜਦਾ ਕਿ ਇਹਦਾ ਮਾੜਾ ਹੋ ਜਾਏ ਜਾਂ ਕੁਝ ਹੋ ਜਾਏ, ਜਾਂ ਤੁਹਾਡੇ ਨਾਲ ਜਲਦਾ, ਜਾਂ ਕੋਈ ਉਹਦੀ ਨਜ਼ਰ ਇਸ ਤਰ੍ਹਾਂ ਦੀ ਆ, ਜਿਹੜੀ ਨਜ਼ਰ ਜਿਹੜੀ ਹੁੰਦਾ ਨਾ, ਇਹ ਪੱਥਰ ਪਾੜ ਦਿੰਦੀ ਆ। ਤੇ ਇਹ ਜਿਹੜੀ ਨਜ਼ਰ, ਕੋਈ ਇਸ ਤਰ੍ਹਾਂ ਦੀ ਮਾੜੀ ਨਜ਼ਰ ਤੁਹਾਡੇ ਵੱਲ ਨਿਗਾਹ ਕਰ ਲੈਂਦਾ ਹੈ, ਉਸ ਤੁਹਾਡੇ ਕੰਮ ਜਿਹੜੇ ਖਰਾਬ ਹੁੰਦੇ ਇਹੋ ਜਿਹੇ ਲੋਕਾਂ ਦੀ ਵਜ੍ਹਾ ਨਾਲ। ਇਹਨਾਂ ਲੋਕਾਂ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਤੁਸੀਂ ਜੇ
ਇਹਨਾਂ ਲੋਕਾਂ ਤੋਂ ਡਰੋਗੇ। ਜਗ੍ਹਾ ਜਗ੍ਹਾ ਤੁਸੀਂ, ਬਾਕੀ ਸਾਰੀ ਜਗ੍ਹਾ ਤੁਸੀਂ ਦਰ ਦਰ ਤੇ ਜਾ ਕੇ ਹਰ ਕਦੀ ਕਿਸੇ ਦੇਵਤੇ ਨੂੰ ਮਨਾਓਗੇ, ਆਪਣੇ ਇਸ਼ਟ ਦੇਵਤੇ ਨੂੰ ਛੱਡ ਕੇ। ਸਵਯੰ ਬਾਬਾ ਖੇਤਰਪਾਲ ਭੈਰੋ, ਜਿਨ੍ਹਾਂ ਨੂੰ ਵੱਡਾ ਬਾਬਾ ਕਿਹਾ ਜਾਂਦਾ ਹੈ, ਸਵਯੰ ਸ਼ਿਵ ਦੇ ਅਵਤਾਰ ਨੇ, ਬਾਬਾ ਬਟੁਕਨਾਥ ਭੈਰੋ ਵੀ ਉਹਨਾਂ ਨੂੰ ਕਹਿੰਦੇ ਨੇ। ਤੇ ਉਹਨਾਂ ਨੂੰ ਜੇ ਤੁਸੀਂ ਛੱਡ ਕੇ ਤੁਸੀਂ ਦਰ ਦਰ ਦੀ ਜੇ ਠੋਕਰਾਂ ਖਾਂਦੇ ਜੇ, ਦਰ ਦਰ ਤੇ ਜੇ ਜਾ ਕੇ ਤੁਸੀਂ ਇਹ ਵਾਲੀ ਗੱਲ ਕਹਿੰਦੇ ਜੇ ਕਿ ਹਾਂ ਮੇਰਾ ਫਲਾਨਾ ਕੰਮ ਨਹੀਂ ਹੋ ਰਿਹਾ ਜਾਂ ਮੇਰਾ ਆਹ ਕੰਮ ਨਹੀਂ ਹੋ ਰਿਹਾ, ਤੇ ਉਹ ਕੰਮ ਅਟਕਦੇ ਆ। ਉਹਨਾਂ ਸਾਰਿਆਂ ਟੈਂਟਿਆਂ ਤੋਂ ਤੁਹਾਨੂੰ ਮੈਂ ਬਚਾਉਣ ਵਾਸਤੇ ਮੈਂ ਤੁਹਾਨੂੰ ਇੱਕ ਐਸੀ ਮਦਾਹ ਦੇ ਰਿਹਾ। ਇਹਨੂੰ ਮਦਾਹ ਨੂੰ ਨਾ ਸਵੇਰੇ ਸ਼ਾਮੀ ਕਰੋ, ਸਵੇਰੇ ਸ਼ਾਮੀ ਇਹਨੂੰ ਸੁਣੋ ਵੀ, ਇਹਨੂੰ ਸੁਣੋ, ਹੋਰਾਂ ਨੂੰ ਵੀ ਸੁਣਾਓ ਤੇ ਆਪ ਵੀ ਕਰੋ ਚਲਦੇ ਫਿਰਦੇ। ਵੇਖੋ ਵੈਸੇ ਤੇ ਕੋਈ ਐਸਾ ਨਿਯਮ ਨਹੀਂ ਹੈ ਕਿ ਇਹਨੂੰ ਸਿਰਫ ਦਿਨ ਦੇ ਵਿੱਚ 2 ਵਾਰੀ ਪੜ੍ਹਨਾ ਜਾਂ 2 ਵਾਰੀ ਸੁਣਨਾ ਹੈ, ਐਸਾ ਕੋਈ ਨਿਯਮ ਨਹੀਂ ਆ। ਇਹਨੂੰ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ, ਲੇਕਿਨ ਘੱਟ ਤੋਂ ਘੱਟ ਇਹਨੂੰ ਦਿਨ ਦੇ 2 ਪੈਰ ਸਵੇਰੇ ਤੇ ਸ਼ਾਮੀ। ਸਵੇਰੇ ਉੱਠਦੇ ਵੇਲੇ ਜਿਸ ਤਰ੍ਹਾਂ ਹੀ ਉੱਠਦੇ ਜੇ ਤੁਸੀਂ ਇਸ਼ਨਾਨ ਕਰਕੇ ਜੋਤ ਬੱਤੀ ਕਰਕੇ, ਉਸ ਵੇਲੇ ਕਰਨ ਦਾ ਤਰੀਕਾ ਕਿਸ ਤਰ੍ਹਾਂ ਹੈ? ਕਰਨ ਦਾ ਤਰੀਕਾ ਇਸ ਤਰ੍ਹਾਂ ਹੈ, ਬਾਬਾ ਖੇਤਰਪਾਲ ਭੈਰੋ ਦੀ ਜੇ ਤੁਹਾਡੇ ਘਰ ਕੋਈ ਫੋਟੋ ਹੈਗੀ ਹੈ ਤਾਂ ਬਹੁਤ ਵਧੀਆ, ਨਹੀਂ ਹੈਗੀ ਤੇ ਫੋਟੋ ਵੇਖੋ ਮਨ ਦੇ ਵਿੱਚ ਜਿਹੜਾ ਨਾ, ਵੈਸੇ ਤਾਂ ਜਿਹੜੀ ਤਸਵੀਰ ਦਾ ਜਾਂ ਫਿਰ ਮੂਰਤੀ ਦਾ ਸਾਹਮਣੇ ਹੋਣਾ, ਇਹ ਇਸ ਕਰਕੇ ਕਹਿੰਦੇ ਕਿਉਂਕਿ ਇਹ ਜਿਹੜਾ ਨਾ ਧਿਆਨ ਇੱਕ ਜਿਹੜਾ ਇਕੱਤਰਿਤ ਕਰਦੀ ਹੈ, ਇਕੱਠਾ ਕਰਦੀ ਹੈ, ਇੱਕ ਜਗ੍ਹਾ ਤੇ ਲਿਆ ਕੇ, ਇੱਕ ਫੋਕਸ ਜਿਹੜਾ ਨਾ ਤੁਹਾਡਾ ਉਹ ਇੱਕ ਜਗ੍ਹਾ ਤੇ ਲਿਆ ਕੇ ਇਕੱਠਾ ਕਰ ਦਿੰਦੀ ਆ। ਤੇ ਇਸ ਕਰਕੇ ਜਿਹੜੇ ਆਪਾਂ ਨਾ ਲੋਕ ਕੀ ਕਰਦੇ ਆ, ਮੂਰਤੀ ਸਾਹਮਣੇ ਰੱਖ ਕੇ ਦੇਵਤੇ ਨੂੰ ਪੂਜਦੇ ਆ ਜਾਂ ਤਸਵੀਰ ਸਾਹਮਣੇ ਰੱਖ ਕੇ ਪੂਜਦੇ ਆ, ਤਾਂ ਕਿ ਸਾਡਾ ਧਿਆਨ ਕਿਸੇ ਇੱਧਰ ਉੱਧਰ ਕਿਸੇ ਪਾਸੇ ਨਾ ਜਾਵੇ। ਤੇ ਜਾਂ ਤੇ ਜੇ ਤੇ ਤੁਹਾਡਾ ਧਿਆਨ ਤੁਸੀਂ ਸਾਧਨਾ ਐਸੀ ਕਰਦੇ ਜੇ ਪਹਿਲਾਂ ਤੋਂ, ਜਿਹੜੇ ਲੋਕ ਯੋਗ ਕਰਦੇ ਨੇ ਜਾਂ ਧਿਆਨ ਕਰਦੇ ਨੇ ਜਾਂ ਫਿਰ ਪਾਠ ਭਜਨ ਕੀਰਤਨ ਜਿਹੜੇ ਕਰਦੇ ਨੇ, ਜਿਨ੍ਹਾਂ ਦਾ ਧਿਆਨ ਟਿਕਦਾ ਹੈ, ਉਹ ਲੋਕਾਂ ਨੂੰ ਤਾਂ ਪਤਾ ਕਿ ਕਿਉਂਕਿ ਉਹ ਮਨ ਦੇ ਵਿੱਚ ਹੀ ਪਰਮਾਤਮਾ ਦੀ ਤਸਵੀਰ ਬਣਾ ਲੈਂਦੇ ਜੇ, ਉਹ ਇੰਨੇ ਸક્ષਮ ਹੁੰਦੇ ਨੇ। ਜੇ ਤੁਸੀਂ ਉਹ ਨਹੀਂ ਉਹਨੇ ਸક્ષਮ, ਤੇ ਮੈਂ ਤੁਹਾਨੂੰ ਵੇਖੋ ਇਹੋ ਹੀ ਤੁਹਾਨੂੰ ਸਲਾਹ ਦੇਵਾਂਗਾ ਕਿ ਬਾਬਾ ਜੀ ਦੀ ਫੋਟੋ ਜਾਂ ਬਾਬਾ ਜੀ ਦੀ ਮੂਰਤੀ ਤੁਹਾਡੇ ਸਾਹਮਣੇ ਜ਼ਰੂਰ ਹੋਣੀ ਚਾਹੀਦੀ ਆ। ਉਹਦੇ ਸਾਹਮਣੇ ਕਰੀਦਾ ਕਿਸ ਤਰ੍ਹਾਂ ਹੈ, ਵੇਖੋ ਕਰਨ ਦਾ ਜਿਹੜਾ ਵਿਧੀ ਇਸ ਤਰ੍ਹਾਂ, ਕਰਨ ਦੀ ਵਿਧੀ ਇਸ ਤਰ੍ਹਾਂ, ਬਾਬਾ ਜੀ ਦੇ 2 ਚਿਰਾਗ, ਛੋਟੇ ਦੀਵੇ ਹੋਣ ਜਾਂ ਵੱਡੇ ਦੀਵੇ ਹੋਣ, ਇਸ ਚੀਜ਼ ਦਾ ਵਹਿਮ ਨਹੀਂ ਕਰਨਾ। 2 ਚਿਰਾਗ ਬਾਬਾ ਜੀ ਦੇ, ਭਾਵੇਂ ਛੋਟੇ ਦੀਵੇ ਹੋਣ ਜਾਂ ਵੱਡੇ ਹੋਣ, ਉਹਨਾਂ ਦੇ ਵਿੱਚ ਸਰਸੋਂ ਦਾ ਤੇਲ ਪਾਣਾ, ਤਿਲ ਦਾ ਤੇਲ ਨਹੀਂ, ਨਾ ਘਿਓ, ਸਰੋਂ ਦਾ ਤੇਲ ਪਾ ਕੇ ਉਹਨੂੰ ਜਗਾ ਕੇ, ਔਰ ਉਹਦੇ ਬਾਅਦ ਤੁਸੀਂ ਜਿਹੜੀ ਇਹ ਮਦਾਹ ਜਿਹੜੀ ਹੈ ਨਾ, ਇਸ ਤੁਸੀਂ ਸੁਣਨੀ ਵੀ ਆ ਔਰ ਇਹਨੂੰ ਮਨ ਦੇ ਵਿੱਚ ਇਹਨੂੰ ਕੰਠਸਥ ਕਰਨਾ ਹੈ। ਇਹਨੂੰ ਜਿਹੜੀ ਮਦਾਹ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਨਾ ਹੁਣੇ, ਇਹਨੂੰ ਕੰਠਸਥ ਕਰਨਾ ਹੈ ਔਰ ਇਹਨੂੰ ਸਿਮਰਨਾ ਹੈ। ਇਹਨੂੰ ਸਿਮਰਨਾ, ਜਿਤਨਾ ਪਾਠ ਕਰਦੇ ਨਾ, ਜਿਤਨਾ ਤੁਹਾਨੂੰ ਇੱਕ ਨਿਤਨੇਮ ਵਰਗੂ ਕੋਈ ਪਾਠ, ਉਸ ਤਰ੍ਹਾਂ ਹੀ ਇਹਨੂੰ ਕਰਨਾ। ਤੁਹਾਨੂੰ 21 ਦਿਨ ਦੇ ਵਿੱਚ ਤੁਹਾਨੂੰ ਐਸਾ ਰਿਜ਼ਲਟ ਮਿਲ ਜਾਏਗਾ, ਤੁਹਾਡੇ ਅਟਕੇ ਹੋਏ ਕੰਮ ਨਹੀਂ ਬਣਨਗੇ ਨਾ। ਤੁਸੀਂ ਮੈਨੂੰ ਆ ਕੇ ਕਹਿ ਦੇਣਾ ਕਿ ਅਤੁਲ ਜੀ ਤੁਸੀਂ ਇਹ ਵਾਲੀ ਗੱਲ ਜਿਹੜੀ ਸੀ ਮੈਨੂੰ ਗਲਤ ਰਾਏ ਪਾਤੀਆਂ, ਗਲਤ ਦੱਸਤੀ। ਇਹ ਮਦਾਹ ਪੜਨ ਤੋਂ ਬਾਅਦ ਮੈਂ ਤੁਹਾਨੂੰ ਜਿਤਨਾ ਹੁਣੇ ਤੁਹਾਨੂੰ ਦੱਸਿਆ, ਆਟੋਮੈਟਿਕਲੀ ਤੁਹਾਨੂੰ ਲੋਕ ਸਾਰੇ ਉਸ ਤਰ੍ਹਾਂ ਦੇ ਮਿਲਣਗੇ, ਜਿਹੜੇ ਲੋਕ ਤੁਹਾਡਾ ਕੰਮ ਆਪਣੇ ਆਪ ਬਣਾਉਣਗੇ। ਕਿਉਂਕਿ ਇਹ ਬਾਬਾ ਜੀ ਹੈ ਨਾ, ਜਿਹੜੇ ਇਹ ਬਾਬਾ ਜੀ ਇੰਨੇ ਪ੍ਰਤੱਖ ਪ੍ਰਮਾਣ, ਜਿਹੜਾ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੈ, ਇੱਕ ਸਵਯੰ ਖੁਦ ਆਪਣੇ ਆਪ 'ਚ ਹੀ ਪ੍ਰਮਾਣ ਨੇ। ਇਹ ਆਪਣੇ ਆਪ ਹੀ ਪ੍ਰਾਕ੍ਰਿਤਿਕ ਰੂਪ ਨਾਲ ਤੁਹਾਡੇ ਨਾਲ ਲੋਕ ਹੀ ਉਹ ਵਾਲੇ ਜੁੜਨਗੇ, ਤੁਹਾਡੇ ਨਾਲ ਲੋਕ ਹੀ ਉਹ ਵਾਲੇ ਆ ਕੇ ਮਿਲਣਗੇ। ਤੁਹਾਡੀ ਜਿਹੜੀ ਬੁੱਧੀ ਹੈ, ਜਿਹੜਾ ਬਿਲੀਫ ਸਿਸਟਮ ਹੈ ਨਾ ਤੁਹਾਡਾ, ਇਹ ਬਿਲੀਫ ਸਿਸਟਮ, ਜਿਹਨੂੰ ਸ਼ਾਸਤਰਾਂ ਦੇ ਵਿੱਚ ਨਿਸ਼ਠਾ ਕਿਹਾ ਗਿਆ ਹੈ, ਇਹ ਜਿਹੜੀ ਬੁੱਧੀ ਹੈ ਤੁਹਾਡੀ, ਬੁੱਧੀ ਇਸ ਤਰ੍ਹਾਂ ਦੀ ਕਰ ਦੇਣਗੇ ਕਿ ਤੁਹਾਡਾ ਕੋਈ ਗਲਤ ਪਾਸੇ ਨਹੀਂ। ਵੇਖੋ ਜੇ ਕੋਈ ਸੋਚਦਾ ਨਾ ਕਿ ਮੈਂ ਮਦਾਹ ਪੜ੍ਹ ਕੇ ਸੱਟੇ ਵਾਲੇ ਮੈਂ ਤੁਹਾਨੂੰ ਇੱਕ ਗੱਲ ਤੋਂ ਵਰਜਦਿਆਂ ਪਹਿਲਾਂ ਹੀ ਇਹ ਕਿਉਂਕਿ ਇਹ ਦਿੱਕਤ ਪਰੇਸ਼ਾਨੀਆਂ ਕਈ ਲੋਕਾਂ ਨਾਲ ਹੁੰਦੀਆਂ। ਕਈ ਲੋਕ ਸੋਚਦੇ ਆ ਮੈਂ ਮਦਾਹ ਪੜਾਂਗਾ ਤੇ ਮੈਨੂੰ ਸ਼ਾਇਦ ਬਾਬਾ ਜੀ ਸੱਟੇ ਦਾ ਨੰਬਰ ਦੇ ਦੇਣਗੇ। ਵੇਖੋ ਇਹੋ ਜਿਹਾ ਕੋਈ ਕੰਮ, ਦੇਵਤਾ ਜਿਹੜਾ ਨਾ ਸਾਡਾ ਦੇਵਤਾ, ਇਹ ਸੱਚਾ ਸੁੱਚਾ ਦੇਵਤਾ, ਸਵਯੰ ਸ਼ਿਵ ਦਾ ਰੂਪ ਦੇਵਤਾ ਹੈ। ਇਹ ਕੋਈ ਐਸਾ ਕੋਈ ਤਾਂਤਰਿਕ ਜਾਂ ਕੋਈ ਐਸਾ ਕੋਈ ਬਾਬਾ ਜਾਂ ਕੋਈ ਐਸਾ ਕੋਈ ਉਹ ਚੀਜ਼ ਨਹੀਂ ਹੈ, ਜਾਂ ਕੋਈ ਮਸਾਨ ਨਹੀਂ ਹੈ, ਕੋਈ ਭੂਤ ਪ੍ਰੇਤ ਨਹੀਂ ਹੈ ਜਿਹੜਾ ਤੁਹਾਨੂੰ ਕੋਈ ਮਤਲਬ ਸੱਟੇ ਦਾ ਨੰਬਰ ਕਿਤੋਂ ਲੱਭ ਕੇ ਲਿਆ ਕੇ ਦੇਗਾ। ਇਹ ਤੁਹਾਨੂੰ ਸਿੱਧੇ ਰਾਹ ਪਾਏਗਾ, ਤੁਹਾਡੇ ਪਰਿਵਾਰ ਨੂੰ ਰੋਜ਼ ਉਹਨਾਂ ਜਿਹੜਾ ਐਸਾ ਇਹ ਬਾਬਾ ਖੇਤਰਪਾਲ ਭੈਰੋ ਹੈ ਨਾ ਜਿਹੜੇ, ਇਹ ਤੇ ਮਾਂ ਸ਼ਮਸ਼ਾਨੀ, ਮਾਂ ਕਾਲਕਾ ਮਸਾਣੀ ਜਿਹਨੂੰ ਤੁਸੀਂ ਕਹਿੰਦੇ ਜੇ, ਇਹ ਤੁਹਾਡੇ ਕੰਮ ਇਸ ਤਰ੍ਹਾਂ ਸਿੱਧੀਆਂ ਤੁਹਾਡੇ ਪਾ ਦਿੰਦੇ ਨੇ ਕਿ ਤੁਹਾਨੂੰ ਰੋਜ਼ ਹੀ ਉਹਨਾਂ ਪੈਸਾ ਲੱਗ ਜਾਂਦਾ ਜਿੰਨਾ ਸ਼ਾਇਦ ਸੱਟਿਆਂ ਚੋਂ ਨਹੀਂ ਆਣਾ, ਜਾਂ ਕਿਸੇ ਕੋਈ ਗਲਤ ਕੰਮਾਂ ਤੋਂ ਨਹੀਂ ਆਣਾ, ਜਾਂ ਕਿਸੇ ਜੂਏ ਤੋਂ ਨਹੀਂ ਆਣਾ। ਤੁਹਾਨੂੰ ਸਿੱਧੇ ਰਸਤੇ ਤੋਂ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਕਰਨਗੇ ਤੁਹਾਡੇ ਸਾਰੇ ਕੰਮ। ਜੇ ਕਿਸੇ ਦੀ ਨੌਕਰੀ ਨਹੀਂ ਲੱਗ ਰਹੀ, ਨੌਕਰੀਆਂ ਲੱਗ ਜਾਂਦੀਆਂ ਜੇ ਕਿਸੇ ਦਾ ਕੰਮਕਾਰ ਠੱਪ ਹੁੰਦਾ, ਉਹ ਕੰਮਕਾਰ ਚਲਾ ਦਿੰਦੇ। ਕਿਸੇ ਦੀ ਜੇ ਤੁਹਾਨੂੰ ਨਜ਼ਰ ਹੈ ਜਾਂ ਕਿਸੇ ਨੇ ਕੋਈ ਵੀ ਕੀਤਾ ਕਰਾਇਆ ਹੋਇਆ ਵਾ,
ਜਾਂ ਕੋਈ ਵੀ ਤੁਹਾਡੇ ਕੋਈ ਅਟਕੇ ਕੰਮ, ਕੋਈ ਤੁਹਾਡਾ ਬੱਚਾ ਬਾਹਰ ਜਾਣਾ ਚਾਹੁੰਦਾ ਹੈ, ਉਹ ਤੁਹਾਡੇ ਵੀਜ਼ਾ ਨਹੀਂ ਲੱਗ ਰਿਹਾ, ਜਾਂ ਕਿਸੇ ਵੀ ਵਜ੍ਹਾ ਨਾਲ ਕੋਈ ਵੀ ਤੁਹਾਡਾ ਕੰਮ ਆ, ਜਾਂ ਤੁਹਾਡੇ ਘਰ ਔਲਾਦ ਨਹੀਂ ਹੈ, ਜਾਂ ਬੱਚਾ ਨਹੀਂ ਹੈ ਤੁਹਾਡੇ ਘਰ, ਜਾਂ ਕਿਸੇ ਦੇ ਵਿਆਹ ਸ਼ਾਦੀਆਂ, ਬੇਟੀ ਦੀ ਜਾਂ ਬੇਟੇ ਦਾ ਵਿਆਹ ਸ਼ਾਦੀ ਅਟਕੇ ਹੋਇਆ, ਸਾਰਾ ਮਤਲਬ ਕਹਿਣ ਦਾ ਮਤਲਬ ਕਿ ਕੋਈ ਵੀ ਕੰਮ ਐਸਾ ਜਿਹੜਾ ਜੋ ਅਟਕਿਆ ਹੋਇਆ ਹੈ, ਇਹ ਦੇਵਤਾ ਬਾਬਾ ਖੇਤਰਪਾਲ ਭੈਰੋ ਨੂੰ ਜਦੋਂ ਤੁਸੀਂ ਜੋਤ ਸਰੂਪ ਮਨ ਦੇ ਵਿੱਚ ਬਿਠਾ ਕੇ ਸਵਯੰ ਸਾਖਸ਼ਾਤ ਸਾਹਮਣੇ ਸਮਝ ਕੇ ਔਰ ਉਹਨਾਂ ਨੂੰ ਪ੍ਰਤੱਖ ਸਮਝ ਕੇ ਸਾਹਮਣੇ, ਔਰ ਜਦੋਂ ਇਹ ਵਾਲੀ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਇਹ ਕਰਕੇ ਵਿਧੀ ਪੂਰਵਕ ਜਦੋਂ ਬਾਬਾ ਜੀ ਦੀ ਮਦਾਹ ਦਾ ਪਾਠ ਜਦੋਂ ਤੁਸੀਂ ਕਰੋਗੇ ਨਾ, ਤੁਹਾਨੂੰ ਉਹਦਾ ਫਲ 21 ਦਿਨ ਤੋਂ ਵੀ ਪਹਿਲਾਂ ਹੀ ਮਿਲ ਜਾਏਗਾ। 21 ਦਿਨ ਤੇ ਮੈਂ ਤੁਹਾਨੂੰ ਇਸ ਕਰਕੇ ਕਿਹਾ ਕਿ ਕਿਉਂਕਿ ਮਿਨੀਮਮ ਇੰਨਾ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਉਤਾਰਨ ਵਾਸਤੇ ਜ਼ਰੂਰੀ ਹੈ, ਔਰ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਜਾਂ ਨਹੀਂ ਕਰਨਾ ਉਹ ਮੈਨੂੰ ਤੁਹਾਨੂੰ ਉਸ ਬਾਰੇ ਸਲਾਹ ਦੇਣ ਦੀ ਲੋੜ ਨਹੀਂ ਆ, ਕਿਉਂਕਿ ਮੈਨੂੰ ਪਤਾ ਹੈ। ਵੇਖੋ, ਜਦੋਂ ਰਿਜ਼ਲਟ ਆਉਂਦਾ ਨਾ ਕਿਸੇ ਚੀਜ਼ ਦਾ, ਜਦੋਂ ਤੁਹਾਨੂੰ ਪਰਿਣਾਮ ਮਿਲਦਾ ਹੈ, ਉਦੋਂ ਤੁਸੀਂ ਉਹ ਵਾਲੀ ਚੀਜ਼ ਨੂੰ ਭੱਜ ਕੇ ਕਰਦੇ ਜੇ। ਇਹ ਜਿਹੜਾ ਨਾ ਇਹ ਹਿਊਮਨ ਬਿਹੇਵੀਅਰ ਹੈ, ਇਹ ਆਪਣਾ ਸੁਭਾਅ ਹੈ, ਇਨਸਾਨ ਦਾ ਸੁਭਾਅ ਹੈ। ਜਦੋਂ ਕਿਤੋਂ ਸਾਨੂੰ ਜਦੋਂ ਰਿਜ਼ਲਟ ਮਿਲਦਾ ਨਾ, ਪਰਿਣਾਮ ਮਿਲਦਾ ਹੈ, ਫਿਰ ਆਪਾਂ ਉਹ ਕੰਮ ਭੱਜ ਕੇ ਕਰਦੇ ਹਾਂ। ਕਿਉਂਕਿ ਵੇਖੋ, ਬਾਕੀ ਤਾਂ ਸਾਰੀ ਜ਼ਿੰਦਗੀ ਜਦੋਂ ਬਾਕੀ ਸਾਰੀ ਜ਼ਿੰਦਗੀ ਦਰ ਦੀਆਂ ਠੋਕਰਾਂ ਵੀ ਖਾ ਲੀਆਂ, ਜਗ੍ਹਾ ਘੁੰਮ ਵੀ ਲਿਆ, ਤਾਂਤਰਿਕਾ ਕੋ ਵੀ ਜੇ ਪੁੱਛ ਲਿਆ, ਜਗ੍ਹਾ ਤੇ ਗੱਦੀਆਂ ਤੇ ਜਾ ਕੇ ਵੀ ਪੁੱਛ ਲਿਆ, ਕਿਸੇ ਨੇ ਕਿਸੇ ਰਾਏ ਪਾਇਆ, ਕਿਸੇ ਨੇ ਕਿਸੇ ਰਾਏ ਪਾਇਆ, ਲੇਕਿਨ ਮੈਂ ਤੁਹਾਨੂੰ ਕਿਸੇ ਗਲਤ ਰਾਏ ਨਹੀਂ ਪਾਉਣਾ ਚਾਹੁੰਦਾ। ਮੈਂ ਤੁਹਾਨੂੰ ਤੁਹਾਡੇ ਇਸ਼ਟ ਦੇਵਤਾ, ਤੁਹਾਡੇ ਘਰ ਦੇ ਕੁਲ ਦੇਵਤਾ ਬਾਬਾ ਖੇਤਰਪਾਲ ਭੈਰੋ ਦੀ ਪੂਜਾ ਵਿਧੀ ਪੂਰਵਕ, ਉਹਨਾਂ ਦੀ ਮਦਾਹ, ਉਹਨਾਂ ਦਾ ਪਾਠ, ਉਹਨਾਂ ਦੀ ਅਰਦਾਸ ਕਰਨ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ। ਚਲੋ, ਮੈਂ ਤੁਹਾਨੂੰ ਹੁਣ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਜਿਹੜੀ ਮਦਾਹ ਹੈ ਨਾ ਉਹ ਤੁਹਾਨੂੰ ਸੁਣਾਉਣਾ ਹੈ। ਸੁਣ ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਤੂੰ ਆਲੇ ਪਾਕ ਰਸੂਲ ਜੀ, ਸੁਣੋ ਰੱਬ ਦੇ ਮਕਬੂਲ ਜੀ, ਸੁਣੋ ਕੂਕ ਇਸ ਮਲੂਲ ਦੀ ਮੇਰੇ ਬਾਬਾ ਖੇਤਰਪਾਲ ਜੀ। ਸੁਣ ਬਾਬਾ ਰਾਜਸਥਾਨੀਆਂ ਰੜਕਣ ਕਲੇਜੇ ਕਾਨੀਆਂ, ਸੁਣ ਬਾਬਾ ਰਾਜਸਥਾਨੀਆਂ ਰੜਕਣ ਕਲੇਜੇ ਕਾਨੀਆਂ, ਕਰੋ ਦੁੱਖ ਦੂਰ ਪਰੇਸ਼ਾਨੀਆਂ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਦੁੱਖ ਦੂਰ ਕਰ ਦਲਗੀਰ ਦੇ, ਦਲਗੀਰ ਭਰ ਤਕਸੀਰ ਦੇ, ਦੁੱਖ ਦੂਰ ਕਰ ਦਲਗੀਰ ਦੇ, ਦਲਗੀਰ ਭਰ ਤਕਸੀਰ ਦੇ, ਡੂੰਘੇ ਪਿਆ ਵਿੱਚ ਨੀਰ ਦੇ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਤੂੰ ਬਾਬਾ ਸਾਰੇ ਜੱਗ ਦਾ ਦਰਿਆ ਫਜ਼ਲ ਦਾ ਵਗਦਾ, ਤੂੰ ਬਾਬਾ ਸਾਰੇ ਜੱਗ ਦਾ ਦਰਿਆ ਫਜ਼ਲ ਦਾ ਵਗਦਾ, ਕਰੋ ਸੇਕ ਠੰਡੀ ਅੱਗ ਦਾ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਤੂੰ ਪੁਸ਼ਤ ਹੈ ਰੌਫੀਕ ਦਾ, ਤੂੰ ਸਾਹਿਬ ਹੈ ਤੌਫੀਕ ਦਾ, ਤੂੰ ਪੁਸ਼ਤ ਹੈ ਰੌਫੀਕ ਦਾ, ਤੂੰ ਸਾਹਿਬ ਹੈ ਤੌਫੀਕ ਦਾ, ਮੈਂ ਖੜਾ ਰਾਹ ਉਡੀਕਦਾ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਤੂੰ ਯਾਰ ਹੈ ਰਹਿਮਾਨ ਦਾ ਟੁਕੜਾ ਨਬੀ ਦੀ ਜਾਨ ਦਾ, ਤੂੰ ਯਾਰ ਹੈ ਰਹਿਮਾਨ ਦਾ ਟੁਕੜਾ ਨਬੀ ਦੀ ਜਾਨ ਦਾ, ਭਾਵਾਂ ਵਾਸਤਾ ਅਸਮਾਨ ਦਾ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਸੁਣੀ ਅਰਜ਼ਾਂ ਬਾਬਾ ਮੇਰੀਆਂ ਮੈਂ ਦੁੱਖ ਦਰਦ ਵਿੱਚ ਘੇਰਿਆ, ਸੁਣੀ ਅਰਜ਼ਾਂ ਬਾਬਾ ਮੇਰਿਆ ਮੈਂ ਦੁੱਖ ਦਰਦ ਵਿੱਚ ਘੇਰਿਆ, ਤੰਗ ਹੋ ਕੇ ਪੱਲੂ ਫੇਰਿਆ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਯਸ਼ ਤੇਰਾ ਅਜ਼ਰ ਗਾਵਦਾ ਜੋ ਗਾਵਦਾ ਸੋ ਪਾਵਦਾ, ਯਸ਼ ਤੇਰਾ ਅਜ਼ਰ ਗਾਵਦਾ ਜੋ ਗਾਵਦਾ ਸੋ ਪਾਵਦਾ, ਲੱਖ ਵਾਰ ਮੈਂ ਸ਼ੁਕਰ ਮਨਾਵਦਾ ਮੇਰੇ ਬਾਬਾ ਖੇਤਰਪਾਲ ਜੀ। ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ, ਬਾਬਾ ਖੇਤਰਪਾਲ ਜੀ ਤੂੰ ਸੁਣ ਮੇਰੀ ਫਰਿਆਦ ਜੀ। ਇਹ ਜਿਹੜੀ ਮਦਾਹ ਹੈ ਨਾ, ਇਹ ਬਾਬਾ ਜੀ ਦੀ ਮਦਾਹ, ਜਿਸ ਤਰ੍ਹਾਂ ਸ਼ਾਬਰੀ ਮੰਤਰ ਹੁੰਦੇ ਆ ਨਾ, ਜਿਹੜੇ ਤੰਤਰ ਮੰਤਰ ਵਿਦਿਆ ਵਿੱਚ ਯੂਜ਼ ਵੀ ਹੁੰਦੇ ਆ, ਇਸਤੇਮਾਲ ਹੁੰਦੇ ਨੇ, ਇਹ ਬਿਲਕੁਲ ਉਸੇ ਪ੍ਰਕਾਰ ਦੀ ਹੈ। ਕਿਉਂਕਿ ਜਿਹੜੀ ਇਹ ਮਦਾਹ ਹੈ ਬਾਬਾ ਜੀ ਦੀ, ਇਹ ਸ਼ਬਦ ਜਿਹੜੇ ਆ ਨਾ, ਇਹ ਤੁਸੀਂ ਧਿਆਨਪੂਰਵਕ ਜਿਸ ਤਰ੍ਹਾਂ ਤੁਸੀਂ ਸੁਣੇ ਨੇ ਇਸੇ ਪ੍ਰਕਾਰ ਹੀ ਇਹਨੂੰ ਉਚਾਰਨ ਕਰਨਾ ਹੈ। ਠੀਕ, ਜੇ ਤੁਹਾਨੂੰ ਕਿਤੇ ਸ਼ਬਦਾਂ ਨੂੰ ਕਿਤੇ ਸੁਣਨ ਦੇ ਵਿੱਚ ਜਾਂ ਕਿਤੇ ਉਚਾਰਨ ਦੇ ਵਿੱਚ ਕੋਈ ਦਿੱਕਤ ਆ ਤਾਂ ਤੁਸੀਂ ਤੁਹਾਡੀ ਸਕਰੀਨ ਤੇ ਤੁਹਾਨੂੰ ਜਿਹੜਾ WhatsApp ਨੰਬਰ ਤੁਹਾਨੂੰ ਵੇਖ ਰਿਹਾ ਹੈ, ਤੁਸੀਂ ਇੱਥੇ ਮੈਨੂੰ WhatsApp ਕਰ ਸਕਦੇ ਜੇ। ਮੈਂ ਤੁਹਾਨੂੰ ਇਹ WhatsApp ਤੇ ਵੀ ਤੁਹਾਨੂੰ ਲਿਖੀ ਹੋਈ ਲਿਖਤ ਰੂਪ ਦੇ ਵਿੱਚ ਵੀ ਤੁਹਾਨੂੰ ਭੇਜ ਦਿਆਂਗਾ, ਤਾਂ ਕਿ ਸ਼ਬਦਾਂ ਦੇ ਵਿੱਚ ਕਿਤੇ ਵੀ ਤਰੁੱਟੀ ਨਾ ਹੋਵੇ। ਕਿਉਂਕਿ ਇਹ ਸ਼ਬਦਾਂ ਦਾ ਹੀ ਬੋਲ ਬਚਨ ਹੈ, ਜਿੱਥੇ ਸ਼ਬਦ ਗਲਤ ਹੋ ਗਏ, ਜਿੱਥੇ ਤਰੁੱਟੀ ਹੋ ਗਈ ਸ਼ਬਦਾਂ ਦੇ ਵਿੱਚ, ਸ਼ਬਦ ਕਿਤੇ ਜੇ ਗਲਤ ਹੋ ਗਏ, ਅੱਗੇ ਪਿੱਛੇ ਹੋ ਗਏ, ਜਾਂ ਕੋਈ ਵੀ ਉਚਾਰਨ ਗਲਤ ਹੋ ਗਿਆ, ਤੇ ਉਹ ਕੀ ਹੁੰਦਾ ਹੈ, ਉਹ ਜਿਹੜੀ ਚੀਜ਼
ਜਿਸ ਤਰ੍ਹਾਂ ਹੋਣੀ ਚਾਹੀਦੀ ਹੈ ਨਾ ਵਿਧੀ ਪੂਰਵਕ ਸਹੀ ਤਰੀਕੇ ਨਾਲ, ਉਹ ਉਸ ਤਰ੍ਹਾਂ ਨਹੀਂ ਹੋ ਪਾਉਂਦੀ ਔਰ ਉਹ ਚੀਜ਼ ਫਿਰ ਫਲ ਨਹੀਂ ਦਿੰਦੀ ਬਿਲਕੁਲ ਉਸ ਤਰੀਕੇ ਨਾਲ। ਤੇ ਤੁਸੀਂ ਜੇ ਚਾਹੋ ਤੇ ਤੁਸੀਂ ਮੈਨੂੰ WhatsApp ਕਰ ਸਕਦੇ ਤੇ ਮੈਂ ਤੁਹਾਨੂੰ ਇਹ ਵਾਲੀ ਜਿਹੜੀ ਮਦਾਹ ਹੈ ਬਾਬਾ ਖੇਤਰਪਾਲ ਜੀ ਦੀ, ਇਹ ਤੁਹਾਨੂੰ ਮੈਂ ਲਿਖ ਕੇ ਵੀ ਭੇਜ ਦਿਆਂਗਾ। ਅੱਜ ਦੇ ਵਾਸਤੇ ਇੰਨਾ ਹੀ। ਜੇ ਕੋਈ ਹੋਰ ਵੀ ਤੁਹਾਡਾ ਕੋਈ ਸਵਾਲ ਜਾਂ ਕੋਈ ਐਸਾ ਹੈ ਕੋਈ ਚੀਜ਼ ਤੇ ਤੁਸੀਂ ਚਾਹੋ ਤੇ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਜੇ, ਜਾਂ ਤੁਹਾਡੇ ਕੋਲ WhatsApp ਨੰਬਰ ਆਲਰੇਡੀ ਤੁਹਾਨੂੰ ਸਕਰੀਨ ਤੇ ਤੁਹਾਨੂੰ ਵੇਖ ਹੀ ਰਿਹਾ ਹੈ, ਤੁਸੀਂ ਇੱਥੇ ਫੋਨ ਕਰਕੇ ਵੀ ਗੱਲ ਕਰ ਸਕਦੇ ਜੇ। ਅੱਜ ਦੇ ਵਾਸਤੇ ਇੰਨਾ ਹੀ। ਜੈ ਮਾਂ ਕਾਲਕਾ, ਜੈ ਬਾਬਾ ਖੇਤਰਪਾਲ ਜੀ। ਲੈ ਤੂੰ ਨਾਮ ਖੇਤਰਪਾਲ ਸਰਕਾਰ ਦਾ, ਜਪ ਲੈ ਤੂੰ ਨਾਮ ਖੇਤਰਪਾਲ ਸਰਕਾਰ ਦਾ, ਲੱਗ ਜਾ ਤੂੰ ਲੜ ਬਾਬਾ ਜਾ